ਬਾਦਲਾਂ ਦੇ ਕਿਲੇ ਢਾਉਣ ਤੱਕ ਦੀ ਗੱਲ ਹੋ ਰਹੀ ਹੈ। ਇਸ ਇਲਾਕੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਪਾਰਟੀ ਦੇ ਵਿੱਚ ਸੀ, ਸਿਆਸੀ ਪਰਿਵਾਰ ਹੈ ਪੁਰਾਣੇ। ਬਹੁਤ ਸਾਰੇ ਬਾਦਲਾਂ ਪਰਿਵਾਰਾਂ ਦੇ ਨਾਲ ਵੀ ਸਾਂਝ ਰਹੀ, ਬਾਅਦ 'ਚ ਬਹੁਤ ਸਾਰੀਆਂ ਆਪਸ ਦਿੱਕਤਾਂ ਪੇਸ਼ ਹੋਈਆਂ। ਗੁਰਮੀਤ ਸਿੰਘ ਖੁੱਡੀਆਂ ਨੇ ਇਲਾਕੇ ਦੇ ਵਿੱਚ ਵਿਰੋਧੀ ਵੀ ਇਹ ਗੱਲ ਕਹਿ ਦਿੰਦੇ, ਕਹਿੰਦੇ ਵੀ ਸ਼ਰੀਫ ਬੰਦਾ ਨਹੀਂ ਇਹਦੇ ਵਰਗਾ ਕੋਈ ਮਿਲਣਾ, ਵੈਸੇ ਕੰਮ ਕਰੂਗਾ ਕਿ ਨਹੀਂ, ਇਹ ਗੱਲ ਬਾਅਦ ਦੀ ਹੈ। ਐਂ ਡਰ ਜਾਂ ਨਹੀਂ ਲੱਗਦਾ ਕਿ ਜਿਹੜਾ ਜਿਹਨੂੰ ਬਾਬਾ ਬੋੜ ਕਿਹਾ ਜਾਂਦਾ ਸਿਆਸਤ ਦਾ, ਉਹਦੇ ਨਾਲ ਪੰਗਾ ਲੈਣਾ ਹੈ? ਇੱਥੇ ਨਰਮੇ ਦੀ ਕਪਾਹ ਦੀ ਫਸਲ ਹੋਇਆ ਕਰਦੀ, ਲੋਕਾਂ ਨੇ ਬਦਲ ਕੇ ਹੁਣ ਝੋਨਾ ਲਾਉਣਾ ਸ਼ੁਰੂ ਕਰਤਾ। ਬਦਲਾਅ ਲੋਕ ਚਾਹੁੰਦੇ ਆ। ਉਹ ਇਹ ਗੱਲ ਤੋਂ ਡਰ ਜਾਂਦੇ, ਕਹਿੰਦੇ ਖੁੱਡੀਆਂ ਸਾਹਿਬ ਨੇ ਤਾਂ ਸ਼ਰਾਫਤ ਹੀ ਰੱਖਣੀ ਹਮੇਸ਼ਾ, ਉਹਨੇ ਸ਼ਰੀਫ ਜੇ ਕੰਮ ਕਰਨੇ, ਕੁਝ ਕਰਨਾ ਨਹੀਂ ਤਕੜਾ ਇਹ ਕੰਮ। ਅੱਛਾ, ਤੁਹਾਡੇ ਖਿਲਾਫ ਨੇ ਜਿਹੜੇ ਬਾਦਲ ਸਾਹਿਬ ਨੇ, ਉਹਨਾਂ ਕੋਲ ਤਾਂ ਚਲੋ ਪੈਸੇ ਦੀ ਕੋਈ ਗਿਣਤੀ ਨਹੀਂ, ਦੂਜੇ ਪਾਸੇ ਵੀ ਕਹਿੰਦੇ ਸਰਦਾਰਾਂ ਦੇ ਪਰਿਵਾਰ ਦੇ ਨੇ, ਤੇ ਗੁਰਮੀਤ ਖੁੱਡੀਆਂ ਜੇ ਉਹ ਦੂਜਾ ਕੰਮ ਚੱਲ ਪਿਆ ਪੈਸੇ ਵਾਲਾ ਤਾਂ ਫਿਰ ਕੀ ਕਰਨਗੇ? ਪੈਸੇ ਤਾਂ ਇਸ ਇਲਾਕੇ 'ਚ ਹੀ ਵੰਡੇ ਜਾਣਗੇ, ਸਾਡੇ ਲੋਕਾਂ ਦਾ ਹੀ ਫਾਇਦਾ ਹੋਊਗਾ, ਮੈਨੂੰ ਕੋਈ ਨਹੀਂ। ਸ਼ਰਾਫਤ ਤੇ ਰਹੋਗੇ ਜਿੱਤ ਕੇ ਤਾਂ ਕੀ ਮੰਨਣਗੇ ਲੋਕ ਵੀ ਲੰਬੀ ਦੇ ਵਿੱਚ ਗੁਰਮੀਤ ਖੁੱਡੀਆਂ ਨੇ ਆਹ ਚੀਜ਼ ਵੱਡਾ ਪ੍ਰੋਜੈਕਟ ਲਿਆਂਦਾ ਜਿਹਦੇ ਲਈ ਸਾਰੀ ਉਮਰ ਯਾਦ ਰੱਖੇ? ਅਜੇ ਤੱਕ ਜਿਹੜਾ ਇਹਨਾਂ ਨੇ ਦਿਵਾਲਾ ਕੱਢਿਆ, ਪਹਿਲਾਂ ਤਾਂ ਉਹਨੂੰ ਸੰਭਾਲਣ ਦੀ ਲੋੜ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ, ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ। ਔਰ ਅੱਜ ਅਸੀਂ ਕਿਵੇਂ ਹੋ ਨੇਤਾ ਜੀ ਪ੍ਰੋਗਰਾਮ ਲੈ ਕੇ ਲੰਬੀ ਹਲਕੇ 'ਚ ਆਏ। ਲੰਬੀ ਹਲਕਾ ਵੈਸੇ ਤਾਂ ਬਾਦਲਾਂ ਦਾ ਕਿਲਾ ਮੰਨਿਆ ਜਾਂਦਾ, ਪਰ ਐਤਕੀ ਕਹਿੰਦੇ ਇਹੋ ਜਿਹਾ ਬੰਦਾ ਟੱਕਰ ਦੇ ਰਿਹਾ ਕਿ ਬਾਦਲਾਂ ਦੇ ਕਿਲੇ ਢਾਉਣ ਤੱਕ ਦੀ ਗੱਲ ਹੋ ਰਹੀ ਹੈ ਇਸ ਇਲਾਕੇ ਦੇ ਵਿੱਚ। ਹੁਣੇ ਇਕੱਠ ਦੇ ਵਿੱਚ ਲੋਕ ਬੜੇ ਜੈਕਾਰੇ ਛੱਡ ਰਹੇ ਸੀ। ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਪਾਰਟੀ ਦੇ ਵਿੱਚ ਸੀ, ਸਿਆਸੀ ਪਰਿਵਾਰ ਹੈ ਪੁਰਾਣੇ। ਬਹੁਤ ਸਾਰੇ ਬਾਦਲਾਂ ਪਰਿਵਾਰਾਂ ਦੇ ਨਾਲ ਵੀ ਸਾਂਝ ਰਹੀ, ਬਾਅਦ 'ਚ ਬਹੁਤ ਸਾਰੀਆਂ ਆਪਸ ਦਿੱਕਤਾਂ ਪੇਸ਼ ਹੋਈਆਂ। ਗੁਰਮੀਤ ਸਿੰਘ ਖੁੱਡੀਆਂ ਨੇ, ਔਰ ਸਭ ਤੋਂ ਖਾਸ ਗੱਲ ਇਹਨਾਂ ਦੀ ਇਹ ਮੰਨੀ ਜਾਂਦੀ ਹੈ ਕਿ ਲੀਡਰਾਂ ਦੇ ਵਿੱਚ ਜਦੋਂ ਵੀ ਕੋਈ ਲੀਡਰ ਬਣ ਜਾਂਦਾ, ਇਹਨਾਂ 'ਚ ਹੰਕਾਰ ਬਹੁਤ ਛੇਤੀ ਆਉਂਦਾ, ਪਰ ਗੁਰਮੀਤ ਸਿੰਘ ਖੁੱਡੀਆਂ ਵਾਸਤੇ ਇਲਾਕੇ ਦੇ ਵਿੱਚ ਵਿਰੋਧੀ ਵੀ ਇਹ ਗੱਲ ਕਹਿ ਦਿੰਦੇ, ਕਹਿੰਦੇ ਵੀ ਸ਼ਰੀਫ ਬੰਦਾ ਨਹੀਂ ਇਹਦੇ ਵਰਗਾ ਕੋਈ ਮਿਲਣਾ, ਵੈਸੇ ਕੰਮ ਕਰੂਗਾ ਕਿ ਨਹੀਂ, ਇਹ ਗੱਲ ਬਾਅਦ ਦੀ ਹੈ। ਕਿਵੇਂ ਹੋ ਨੇਤਾ ਜੀ, ਕੀ ਲੱਗਦਾ, ਕੀ ਕਹਿੰਦਾ ਇਲਾਕਾ? ਮੈਂ ਸਕਰੋਲ ਪੰਜਾਬ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ। ਤੇ ਜਿਹੜੀ ਇਲਾਕੇ ਦੀ ਗੱਲ ਹੈ, ਤੁਸੀਂ ਵੇਖ ਚੁੱਕੇ ਹੋ, ਸਾਰੇ ਹੀ ਹਲਕੇ ਦੇ ਮੇਰੇ ਬਹੁਤ ਪਿਆਰੇ ਲੋਕ ਹੈ, ਜਿਨ੍ਹਾਂ ਵੱਲੋਂ ਪਿਛਲੇ 30 ਸਾਲ ਤੋਂ ਮੇਰੇ ਨਾਲ ਜਦੋਂ ਮੈਂ ਸਿਆਸਤ ਵਿੱਚ ਆਇਆ, ਉਹਨਾਂ ਨੇ ਮਿਹਰ ਭਰੇ ਹੱਥ ਰੱਖਿਆ, ਬੜਾ ਸਾਥ ਦਿੱਤਾ ਹੈ। ਉਹਦਾ ਕਰਕੇ ਮੈਂ ਇਸ ਵੱਡੇ ਘਰਾਣੇ ਨਾਲ ਆਪਣੀ ਲੜਾਈ ਲੜਦਾ ਰਿਹਾ। ਅੱਜ ਆਮ ਆਦਮੀ ਪਾਰਟੀ ਵੱਲੋਂ, ਕੇਜਰੀਵਾਲ ਜੀ ਹੋਰਾਂ ਵੱਲੋਂ, ਇਹਨਾਂ ਲੋਕਾਂ ਦੇ ਵਿਸ਼ਵਾਸ 'ਤੇ ਮੈਨੂੰ ਲੰਬੀ ਹਲਕੇ ਤੋਂ ਬਾਦਲ ਸਾਹਿਬ ਦੇ ਖਿਲਾਫ ਲੜਾਇਆ ਜਾ ਰਿਹਾ। ਅੱਛਾ, ਤੁਹਾਡੇ ਖਿਲਾਫ ਐਂ ਡਰ ਜਾਂ ਨਹੀਂ ਲੱਗਦਾ ਕਿ ਜਿਹੜਾ ਜਿਹਨੂੰ ਬਾਬਾ ਬੋੜ ਕਿਹਾ ਜਾਂਦਾ ਸਿਆਸਤ ਦਾ, ਉਹਦੇ ਨਾਲ ਪੰਗਾ ਲੈਣਾ ਹੈ? ਤਾਂ ਜਿਵੇਂ ਆਮ ਆਦਮੀ ਪਾਰਟੀ ਕੋਈ ਧੱਕਾ ਜਿਹਾ ਕਰ ਗਈ ਹੁੰਦੀ ਹੈ, ਜਿਵੇਂ ਇੱਥੇ ਵੀ ਉਹਦੇ ਨਾਲ ਪੰਗਾ ਪਾਤਾ, ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਨੁਕਸਾਨ ਹੀ ਹੋ ਜਾਣਾ ਤੁਹਾਡਾ, ਕਿਉਂਕਿ ਐਡੇ ਵੱਡੇ ਬੰਦਿਆਂ ਨੂੰ ਤੁਰੰਤ ਨੂੰ ਉਸ ਇਲਾਕੇ ਦੇ ਵਿੱਚ ਜਿੱਥੇ ਅੱਜ ਤੱਕ ਹਾਰੇ ਨਹੀਂ, ਉੱਥੋਂ ਹਰਾਉਣਾ ਬਹੁਤ ਔਖਾ ਹੋ ਜਾਊ। ਇਹਨਾਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਸੀ। ਕੋਈ ਸਮਾਂ ਸੀ ਬਾਦਲ ਸਾਹਿਬ ਹੋਰਾਂ ਦਾ ਨਾਮ ਬੋਲਦਾ ਸੀ, ਪਰ ਸਮੇਂ ਦੇ ਨਾਲ ਬਹੁਤ ਤਬਦੀਲੀਆਂ ਆ ਜਾਂਦੀਆਂ। ਸਾਡੀ ਇਹ ਧਰਤੀ ਹੈ, ਇੱਥੇ ਨਰਮੇ ਦੀ ਕਪਾਹ ਦੀ ਫਸਲ ਹੋਇਆ ਕਰਦੀ, ਲੋਕਾਂ ਨੇ ਬਦਲ ਕੇ ਹੁਣ ਝੋਨਾ ਲਾਉਣਾ ਸ਼ੁਰੂ ਕਰਤਾ। ਬਦਲਾਅ ਲੋਕ ਚਾਹੁੰਦੇ ਆ, ਐਤਕੀ ਬਦਲਾਅ ਕਰ ਦੇਣਗੇ। ਅੱਛਾ, ਕੀ ਲੱਗਦਾ ਜੀ, ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪੈ ਰਹੀਆਂ ਨੇ ਕਿ ਗੁਰਮੀਤ ਖੁੱਡੀਆਂ ਦੇ ਮੂੰਹ ਨੂੰ ਵੋਟਾਂ ਪੈ ਰਹੀਆਂ? ਇੱਕ ਜਿਹੜੀ ਪਾਰਟੀ ਹੈ ਉਹ ਵੱਡੀ ਹੋਇਆ ਕਰਦੀ ਹੈ। ਪਾਰਟੀ ਇੱਕ ਸੋਚ ਦੀ ਹੁੰਦੀ ਹੈ, ਸਿਧਾਂਤ ਦੀ ਹੁੰਦੀ ਹੈ, ਉਸੇ ਨੂੰ ਅਸੀਂ ਅਪਣਾਉਂਦੇ ਹਾਂ। ਜਿੱਥੋਂ ਤੱਕ ਭਗਵੰਤ ਸਿੰਘ ਮਾਨ ਹੋਰਾਂ ਦਾ, ਉਹਨਾਂ ਦੀ ਹਰਮਨ ਪਿਆਰ ਤਾਂ ਕਿਸੇ ਤੋਂ ਗੁੱਝੀ ਨਹੀਂ, ਜਿੱਥੇ ਵੀ ਜਾਂਦੇ ਆ, ਸਾਡੇ ਵੀ ਕੱਲ੍ਹ ਆ ਕੇ ਗਏ ਆ, ਉਹਨਾਂ ਦੀ ਬਹੁਤ ਵੱਡੀ ਗੱਲ ਹੈ। ਤੀਸਰੀ ਗੱਲ ਜਿਹੜੀ ਸਾਡੀ, ਮੇਰੀ ਜਾਂ ਪਰਿਵਾਰ ਦੀ, ਇਹਨਾਂ ਲੋਕਾਂ ਨੇ ਪਹਿਲਾਂ ਵੀ ਬਹੁਤ ਮਿਹਰ ਰੱਖੀ ਹੈ ਹਮੇਸ਼ਾ ਲਈ, ਅਤੇ ਉਹਦੇ ਵਿੱਚ ਥੋੜ੍ਹਾ ਮੋਟਾ ਯੋਗਦਾਨ ਕੋਈ ਮੇਰਾ ਵੀ ਲੱਗਦਾ ਹੋ ਸਕਦਾ ਹੁਣ। ਅੱਛਾ, ਕਹਿੰਦੇ ਤੁਹਾਡੇ ਇਲਾਕੇ ਦੇ ਵਿੱਚ ਇਹ ਗੱਲ ਬੜੀ ਚੱਲਦੀ ਹੈ, ਕਹਿੰਦੇ ਤੁਹਾਡੀ ਗੱਲਾਂ ਨੂੰ ਨਾ ਮੰਨੋ, ਪਰ ਕਹਿੰਦੇ ਗੁਰਮੀਤ ਖੁੱਡੀਆਂ ਸ਼ਰੀਫ ਬਹੁਤ ਬੰਦਾ, ਪਰ ਜਿਹੜੀ ਸਿਆਸਤ ਹੁੰਦੀ ਹੈ ਉਹਦੇ 'ਚ ਐਮਐਲਏ ਜਦੋਂ ਬੰਦਾ ਬਣ ਜਾਂਦਾ, ਉਦੋਂ ਜਿਹੜੇ ਵਰਕਰ ਹੁੰਦੇ ਉਹਨਾਂ ਦੇ ਪੁੱਠੇ ਸਿੱਧੇ ਕੰਮ ਹੁੰਦੇ, ਉਹ ਕਿਉਂਕਿ ਜੇ ਸਿੱਧਾ ਹੀ ਹੋਵੇ ਕੰਮ ਤਾਂ ਆਉਣ ਹੀ ਕਿਉਂ, ਉਹ ਪੁੱਠੇ ਸਿੱਧੇ ਕੰਮ ਫੋਨ 'ਤੇ ਕਰਾਉਂਦੇ ਆ, ਅਤੇ ਇਹ ਗੱਲ 'ਤੇ ਉਹਨਾਂ ਨੂੰ ਡਰ ਲੱਗਦਾ ਵੀ ਗੁਰਮੀਤ ਖੁੱਡੀਆਂ ਨੇ ਕਾਹਦੀ ਇਹੋ ਜਿਹੇ ਸਾਡੇ ਕੰਮ ਕਰਿਆ ਕਰਨੇ ਆ, 2 ਨੰਬਰ ਦੇ ਬੰਦਿਆਂ ਦੇ ਨਾਲ ਕਾਫੀ ਬੰਦੇ ਹੁੰਦੇ ਆ, ਉਹ ਇਹ ਗੱਲ ਤੋਂ ਡਰ ਜਾਂਦੇ, ਕਹਿੰਦੇ ਖੁੱਡੀਆਂ ਸਾਹਿਬ ਨੇ ਤਾਂ ਸ਼ਰਾਫਤ ਹੀ ਰੱਖਣੀ ਹਮੇਸ਼ਾ, ਉਹਨੇ ਸ਼ਰੀਫ ਜੇ ਕੰਮ ਕਰਨੇ, ਕੋਈ ਕਰਨਾ ਨਹੀਂ ਤਕੜਾ ਇਹ ਕੰਮ। ਮੇਰੇ ਨਾਲ ਸ਼ਰੀਫ ਲੋਕ ਹੀ ਹੈ, ਅਤੇ ਸ਼ਰੀਫ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮਾੜੇ ਕੰਮ ਤਾਂ ਜਿਹੜੇ ਕੋਈ ਨਸ਼ੇ ਨੁਸ਼ੇ ਵੇਚਦੇ ਆ, ਅਤੇ ਇੱਕ 2 ਪਿੰਡਾਂ 'ਚ ਕੋਈ ਬਹੁਤੇ ਨਹੀਂ ਗੇ, ਅਤੇ ਉਹਨਾਂ ਤੋਂ ਮੈਂ ਅਵੋਇਡ ਹੀ ਕਰਦਾ, ਕੋਈ ਇਹੋ ਜਿਹੀ ਗੱਲ ਨਹੀਂ। ਨਾਲ ਲੋਕ ਰਹਿੰਦੇ ਆ, ਜੇ ਆਪਣਾ ਸਿਧਾਂਤ ਰੱਖੋ, ਇੰਨੀ
ਲੋਕਾਂ ਨੇ ਹਮੇਸ਼ਾ ਸਾਥ ਦਿੱਤਾ। ਪਹਿਲਾਂ ਤਾਂ ਮੇਰੇ ਕੋਲ ਕਦੇ ਪਾਵਰ ਹੀ ਨਹੀਂ, ਸਵੇਰ ਵੀ ਨਾਲ ਰਹੇ ਤੇ ਹੁਣ ਵੀ ਰਹਿਣਗੇ। ਔਰ ਮੈਂ ਲੋਕਾਂ ਦੀ ਸੇਵਾ ਜਿਹੜੇ ਉਹਨਾਂ ਦੇ ਕੰਮਾਂ ਦੀ ਹੈ ਉਹ ਕਾਹਦੇ ਵਾਸਤੇ ਬਣਾਉਂਦੇ ਲੋਕ, ਇਹ ਪੈਰਵਾਈ ਕਰਨ ਲਈ ਮੈਂ ਆਪਣੇ। ਅੱਛਾ, ਤੁਹਾਡੇ ਫਾਦਰ ਸਾਹਿਬ ਨੇ ਸੇਵਾ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਬਾਅਦ ਚ ਬਲੂ ਸਟਾਰ ਹੋਇਆ 1984 ਦੇ ਵਿੱਚ ਤੇ ਪਾਰਟੀ ਛੱਡਤੀ, ਤੇ ਪਰ ਪਾਰਟੀ ਜੁਆਇਨ ਉਹ ਕਰ ਲਈ ਜਿਹਨੇ ਬਲੂ ਸਟਾਰ ਕਰਵਾਇਆ ਸੀਗਾ, ਕਾਂਗਰਸ ਪਾਰਟੀ ਚਲੇ ਗਏ, ਉਹਦੇ ਬਾਰੇ ਕੀ ਕਹੋਗੇ? ਨਹੀਂ, ਮੇਰੇ ਫਾਦਰ ਸਾਹਿਬ ਕਾਂਗਰਸ 'ਚ ਨਹੀਂ ਗਏ ਸੀ। ਮੇਰੇ ਫਾਦਰ ਸਾਹਿਬ ਜਦੋਂ ਪਹਿਲਾਂ ਅਕਾਲੀ ਸਨ, ਅਕਾਲੀ ਦਲ ਦੇ ਉਹ ਜ਼ਿਲ੍ਹਾ ਪ੍ਰਧਾਨ ਵੀ ਰਹੇ, ਉਹ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ। 84 'ਚ ਬਲੂ ਸਟਾਰ ਵੇਲੇ ਉਹਨਾਂ ਦੇ ਮਨ ਨੂੰ ਧੱਕਾ ਲੱਗਿਆ ਤੇ ਉਹ ਬਾਦਲ, ਟੌੜਾ, ਲੌਂਗੋਵਾਲ ਨੂੰ ਤੇ ਇੱਥੋਂ ਤੱਕ ਵੀ ਕਹਿਤਾ ਸੀ ਵੀ ਜਿਹੜਾ ਤੁਸੀਂ ਸਮਝੌਤਾ ਕਰਕੇ ਆਏ ਹੋ ਇਹ ਪੰਜਾਬ ਦੀ ਲਾਸ਼ ਤੇ ਕਰਕੇ ਹੋ, ਲੋਕਾਂ ਨਾਲ ਤੁਸੀਂ ਰਹਿ ਨਹੀਂ ਕੀਤੀ। ਇਹਨਾਂ ਤੋਂ ਉਹਨਾਂ ਨੂੰ ਥੋੜ੍ਹੀ ਨਫ਼ਰਤ ਹੋ ਗਈ, ਜਿਹੜੇ ਪੁਰਾਣੇ ਲੀਡਰ ਸੀ ਵੀ ਇਸ ਲੀਡਰਸ਼ਿਪ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਨਹੀਂ ਪੂਰਿਆ, ਤੇ ਉਹ ਇਹਨਾਂ ਤੋਂ ਵੱਖਰੀ ਲਾਈਨ 'ਚ ਹੋ ਗਏ। ਬਾਬਾ ਅਕਾਲੀ ਦਲ ਚਲੇ ਗਏ, ਉਹਨਾਂ ਨੇ ਉਹਨਾਂ ਨੂੰ ਪਾਰਲੀਮੈਂਟ ਦੀ ਚੋਣ ਲੜਾਈ। ਕਾਂਗਰਸ ਦਾ ਉਮੀਦਵਾਰ ਸਰਦਾਰ ਹਰਚਰਨ ਸਿੰਘ ਬਰਾੜ ਸੀ, ਅਕਾਲੀ ਦਲ ਬਾਦਲ ਵਾਲਿਆਂ ਦਾ ਭਾਈ ਸ਼ਮਿੰਦਰ ਸਿੰਘ ਸੀ। ਦੋਨਾਂ ਤੋਂ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲੋਂ ਜਿੱਤ ਕੇ। ਲੋਕ ਤੁਹਾਡੇ ਤੇ ਕਹਿੰਦੇ ਵੀ ਤੁਹਾਡੇ ਫਾਦਰ ਸਾਹਿਬ ਨੇ ਉਸ ਚੀਜ਼ ਪਿੱਛੇ ਸਟੈਂਡ ਲਿਆ, ਤੁਸੀਂ ਕਾਂਗਰਸ ਪਾਰਟੀ 'ਚ ਹੁੰਦੇ ਸੀਗੇ। ਕੁਛ ਹਾਲਾਤ ਬਣ ਜਾਂਦੇ ਆ। ਮੈਨੂੰ ਕਾਂਗਰਸ ਜਾਣ ਦਾ, ਇੱਥੇ ਆਜ਼ਾਦ ਚੋਣ ਲੜੀ ਜਗਮੀਤ ਬਰਾੜ ਹੋਰ, ਅਸੀਂ ਸਾਰੇ ਲੋਕ ਸਾਥੀ ਮੇਰੇ ਉਹਨਾਂ ਨਾਲ ਚੱਲ ਪਏ। ਉਹ ਜਦੋਂ ਬੰਦਾ ਨਾਲਲਾ ਚੋਣ ਹਾਰ ਜੇ ਥੋੜ੍ਹਾ ਜਿਹਾ ਰੰਜ ਆਉਂਦਾ ਆਪਣੇ ਹਰ ਇੱਕ ਨੂੰ। ਦੂਸਰੀ ਵਾਰ ਉਹ ਕਾਂਗਰਸ ਦੀ ਟਿਕਟ ਲਈ, ਅਸੀਂ ਨਾਲ ਹੋ ਗਏ ਫਿਰ, ਔਰ ਸ਼ਾਮਲ ਨਹੀਂ ਮੈਂ ਹੋਇਆ ਸੀ। ਤੀਸਰੀ ਵਾਰ ਉਹ ਜਿੱਤ ਗਏ। ਮਹੇਸ਼ਿੰਦਰ ਸਿੰਘ ਬਾਦਲ 2002 ਦੀ ਆਜ਼ਾਦ ਚੋਣ ਲੜ ਲਏ। ਸਾਡਾ ਸਾਰਾ ਗਰੁੱਪ ਇਕੱਠਾ ਹੋ ਕੇ ਉਹਨਾਂ ਦੀ ਮਦਦ 'ਤੇ ਸੀ ਸਾਰੇ ਅਸੀਂ। ਬਾਅਦ ਵਿੱਚ ਮਹੇਸ਼ ਜੀ ਕਾਂਗਰਸ ਜੁਆਇਨ ਕਰ ਗਏ। ਉਹ ਮੈਨੂੰ ਵੀ ਬਹੁਤ ਕਹਿੰਦੇ ਰਹੇ ਵੀ ਇਹਦੇ ਵਿੱਚ ਮੇਰਾ ਕੋਈ ਇੰਨਾ ਨਹੀਂ ਸੀ, ਇਤਫਾਕ ਹੀ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰੀ ਮੈਨੂੰ ਸ਼ਾਮਲ ਕਰਕੇ ਲੈ ਗਏ ਤੇ ਮੈਂ 16-17 ਵਰੇ ਉਸ ਕਾਂਗਰਸ ਵਿੱਚ ਲਾਏ ਹੈ। ਮੈਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਸੇਵਾ ਕੀਤੀ। ਲੋਕ ਮੇਰੇ ਹਲਕੇ ਦੇ ਜਾਣਦੇ। ਅੱਛਾ, ਫਿਰ ਕਾਂਗਰਸ ਨਾਲ ਕੀ ਰੌਲਾ ਪੈ ਗਿਆ? ਕਾਂਗਰਸ ਤੋਂ ਫਿਰ ਆਮ ਆਦਮੀ ਪਾਰਟੀ ਹੀ ਚੁਆਇਸ ਕਿਉਂ, ਰੌਲਾ ਕਿਉਂ ਪਿਆ ਤੇ ਇਹ ਚੁਆਇਸ ਕਿਉਂ? ਰੌਲਾ ਮੇਰਾ ਕਿਸੇ ਨਾਲ ਕੋਈ ਨਹੀਂ ਪਿਆ। ਉਹਨਾਂ ਨੇ, ਮੇਰੀ 17 ਦੀ ਚੋਣ ਦੀ ਪੂਰੀ ਤਿਆਰੀ ਸੀ, ਮੇਰੀ ਟਿਕਟ ਵੀ ਹੋ ਗਈ ਸੀ, ਔਰ ਲਾਸਟ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਥੇ ਆ ਗਏ। ਉਹਨਾਂ ਨੇ ਆਖਿਆ ਮੈਂ ਲੜਨੀ ਹੈ, ਸਾਡੀ ਪਾਰਟੀ ਦੇ ਉਹ ਸੀਨੀਅਰ ਆਗੂ ਸੀ ਤੇ ਉਹ ਚੋਣ ਲੜ ਲਈ। ਇਸ ਲਈ ਉਹ ਬਾਅਦ ਵਿੱਚ ਧੰਨਵਾਦ ਕਰਨ ਵੀ ਨਹੀਂ ਆਏ, ਸਾਡੇ ਇਲਾਕੇ ਨੂੰ ਇਗਨੋਰ ਕਰਨ ਲੱਗ ਗਏ। ਮੈਂ ਤਾਂ ਲੋਕਾਂ ਦੇ ਨਾਲ, ਲੋਕਾਂ ਦੀਆਂ ਸਮੱਸਿਆਵਾਂ ਇੱਥੋਂ ਤੱਕ ਜਿਹੜੀ ਕੋਈ ਵੀ ਜਿਹੜੀ ਹਲਕੇ ਦੀ ਲੋੜ ਹੈ ਉਹਨੂੰ ਪਾਸੇ ਕਰ ਦਿੱਤਾ ਜਾਂਦਾ ਸੀ। ਸਗੋਂ ਜਿਹੜੇ ਇੱਥੇ ਵਿਰੋਧੀ ਸੀ ਉਹਨਾਂ ਦੀ ਗੱਲ ਸੁਣੀ ਜਾਂਦੀ ਸੀ। ਇੱਥੋਂ ਤੱਕ ਕਿ ਰਾਸ਼ਨ ਦੇ ਕਾਰਡ ਵੀ 6000 ਗਰੀਬ ਲੋਕਾਂ ਨੇ ਕੀ ਵਿਗਾੜਿਆ ਸੀ, ਉਹਨਾਂ ਨੂੰ ਕੱਟਤਾ। ਫਿਰ ਮੇਰਾ ਥੋੜ੍ਹਾ ਜਿਹਾ ਫਰਕ ਵੀ ਪਾਸੇ ਹੀ ਚੰਗਾ ਜਦੋਂ ਹਰ ਇੱਕ ਥਾਂ ਇਹਨੇ ਆਮ ਆਦਮੀ ਪਾਰਟੀ ਵਾਲੇ ਨੇ, ਕੇਜਰੀਵਾਲ ਜੀ ਹੋਰਾਂ ਨੇ ਕਿਹਾ ਵੀ ਤੁਸੀਂ ਸਾਡੇ ਨਾਲ ਆਓ, ਆਪਣੀ ਤਾਂ ਇੱਕ ਸਿਧਾਂਤ ਦੀ ਲੜਾਈ ਹੈ। ਮੈਂ ਉੱਧਰ ਹੋ ਗਿਆ। ਅੱਛਾ, ਤੁਹਾਡੇ ਖਿਲਾਫ ਨੇ ਜਿਹੜੇ ਬਾਦਲ ਸਾਹਿਬ ਨੇ, ਉਹਨਾਂ ਕੋਲ ਤਾਂ ਚਲੋ ਪੈਸੇ ਦੀ ਕੋਈ ਗਿਣਤੀ ਨਹੀਂ, ਦੂਜੇ ਪਾਸੇ ਵੀ ਕਹਿੰਦੇ ਸਰਦਾਰਾਂ ਦੇ ਪਰਿਵਾਰ ਦੇ ਨੇ, ਤੇ ਗੁਰਮੀਤ ਖੁੱਡੀਆਂ ਜੇ ਉਹ ਦੂਜਾ ਕੰਮ ਚੱਲ ਪਿਆ ਪੈਸੇ ਵਾਲਾ ਤਾਂ ਫਿਰ ਕੀ ਕਰਨਗੇ? ਪੈਸੇ ਵਾਲਾ ਕੰਮ ਚੱਲ ਪਿਆ ਨਹੀਂ, ਉਹ ਤਾਂ ਚੱਲ ਪਿਆ ਹੈ ਤੇ ਚੱਲੂਗਾ ਵੀ, ਉਹਦਾ ਮੈਨੂੰ ਕੋਈ ਫਿਕਰ ਨਹੀਂ। ਪੈਸੇ ਤਾਂ ਇਸ ਇਲਾਕੇ 'ਚ ਹੀ ਵੰਡੇ ਜਾਣਗੇ ਨਾ, ਸਾਡੇ ਲੋਕਾਂ ਦਾ ਹੀ ਫਾਇਦਾ ਹੋਊਗਾ, ਮੈਨੂੰ ਕੋਈ ਨਹੀਂ। ਪਰ ਜਿਹੜੀ ਵੋਟ ਆ ਉਹ ਦਿਲ ਨੇ ਪਾਉਣੀ ਆ, ਦਿਲ ਜਿੱਥੇ ਜੁੜਿਆ ਹੁੰਦਾ ਉੱਥੇ ਪਾਉਂਦੇ ਆ। ਪੈਸਿਆਂ ਨਾਲ ਕੋਈ ਇੱਕ ਚੀਜ਼ ਖਰੀਦੀ ਨਹੀਂ ਜਾ ਸਕਦੀ, ਜ਼ਮੀਰ ਖਰੀਦਣੀ ਬੜੀ ਔਖੀ ਆ। ਅੱਛਾ ਜੀ, ਬਾਦਲ ਸਾਹਿਬ ਪਰਿਵਾਰ ਦੇ ਨਾਲ ਕਦੇ ਇਹ ਸੋਚਿਆ ਸੀ ਵੀ ਬਾਦਲਾਂ ਦੇ ਨਾਲ ਕਦੇ ਮੱਥਾ ਡਾਉਂਗੇ ਤੁਸੀਂ, ਉਹ ਵੀ ਵੱਡੇ ਬਾਦਲ ਸਾਹਿਬ ਦੇ ਨਾਲ? ਇਹ ਮੇਰੇ ਬਹੁਤ, ਮੈਂ 91 ਦਾ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਸੀ। ਉਸ ਵੇਲੇ ਬਾਦਲ ਸਾਹਿਬ ਪਹਿਲਾਂ ਪਾਰਟੀ ਦੇ ਬਾਦਲ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਤਾਂ ਹੈ ਨਹੀਂ। ਮੈਂ ਮਾਨ ਸਾਹਿਬ ਉਦੋਂ ਸਾਡੇ ਪ੍ਰਧਾਨ ਸੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਜਿੱਥੋਂ ਇਹ ਲੜਨਗੇ ਮੈਨੂੰ ਉੱਥੇ ਲੜਾ ਦਿਓ। ਅੱਛਾ, ਬਾਦਲ ਸਾਹਿਬ ਨੇ ਉਹ ਚੋਣ ਨਾ ਲੜੀ। ਸਰਦਾਰ ਜਬਰਜੰਗ ਸਿੰਘ ਦੂਹੇ ਵਾਲੇ ਪਿੰਡ ਦੇ ਅਕਾਲੀ ਲੀਡਰ ਸਨ, ਸਰਪੰਚ ਸੀ, ਉਹਨਾਂ ਨੂੰ ਉਹ ਚੋਣ ਗਿੱਦੜਵੇ ਦੀ ਲੜਾਈ ਆਪਦੀ ਸੀਟ ਛੱਡਤੀ। ਬਾਅਦ 'ਚ ਚਾਹੇ ਜਬਰਜੰਗ ਸਿੰਘ ਹੋਰਾਂ ਨੂੰ ਇਹਨਾਂ ਨੇ ਨਹੀਂ ਬੁਲਾਇਆ, ਪੁੱਛਿਆ, ਉਹਨੂੰ ਮਾਨ ਸਨਮਾਨ ਨਹੀਂ ਦਿੱਤਾ, ਪਰ ਉਸ ਵੇਲੇ ਉਹਨਾਂ ਨੂੰ ਖੜਾ ਕੀਤਾ ਗਿਆ ਸੀ। ਮੈਨੂੰ ਫਿਰ ਜਦੋਂ ਵੀ ਤੁਸੀਂ ਕੀ ਕਰਨਾ, ਤੇ ਮੈਂ ਕਿਹਾ ਜੀ ਫਿਰ ਜਿੱਥੇ ਮੇਰੇ ਪਿਤਾ ਜੀ ਚੋਣ ਲੜੇ ਮੈਂ ਪਾਰਲੀਮੈਂਟ ਦੀ ਲੜ ਲੈਣਾ। ਮੈਂ ਉਹ ਪਾਰਲੀਮੈਂਟ ਦੀ ਲੜਿਆ, ਉਹ ਪੋਸਟਪੋਨ ਹੋ ਗਈ। ਮੈਂ ਤਾਂ ਚਾਹੁੰਦਾ ਸੀ ਵੀ ਕਿਸੇ ਨਾ ਕਿਸੇ ਦਿਨ ਸਿੱਧੇ ਹੱਥ ਜੋੜਨ, ਤੇ ਪ੍ਰਮਾਤਮਾ ਨੇ ਸਮਾਂ ਲਿਆਂਦਾ। ਲੋਕ ਇਹ ਗੱਲ ਉਡੀਕਦੇ ਸੀ, ਮੇਰੇ ਨਾਲ ਹੈ, ਬਹੁਤ ਵਧੀਆ ਚੜ੍ਹਾਈ ਹੈ। ਬਾਦਲ ਸਾਹਿਬ ਨੂੰ ਤਾਪ ਚੜ ਗਿਆ ਜੀ, ਉਹ ਤਾਂ ਹਸਪਤਾਲ 'ਚ ਦਾਖਲ। ਉਹ ਚਲੋ
ਸਨਮਾਨਯੋਗ ਨੇ, ਵੱਡੇ ਆ ਉਮਰ ਦੇ 95-96 ਸਾਲਾਂ ਦੇ। ਮੈਂ ਕਹਿੰਦਾ ਵੀ ਉਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ, ਹਰ ਇੱਕ ਦਾ ਮਾਂ ਬਾਪ ਲੰਬੀ ਉਮਰ ਜੀਵੇ। ਤੋਂ ਮੈਂ ਕਹਿੰਦਾ ਵੀ ਉਹਨਾਂ ਨੂੰ ਪ੍ਰਮਾਤਮਾ ਛੇਤੀ ਤੰਦਰੁਸਤ ਕਰੇ। ਸਾਡੀ ਲੜਾਈ ਜਿਹੜੀ ਰਾਜਨੀਤਿਕ ਉਹ ਚੰਗੀ ਤਰ੍ਹਾਂ ਲੜ ਲਈਏ, ਨਹੀਂ ਉਹ ਲੜਾਈ ਫਿੱਕੀ ਹੋ ਜਾਂਦੀ ਹੈ। ਜੋ ਵਰਕਰ ਕਹਿੰਦੇ ਚੜਾਇਆ ਹੀ ਖੁੱਡੀਆਂ ਸਾਹਿਬ ਨੇ ਚੱਤਾਪ ਉਹਨਾਂ ਨੂੰ। ਨਹੀਂ, ਮੈਂ ਨਹੀਂ, ਇਹਨਾਂ ਲੋਕਾਂ ਨੇ ਚੜਾਇਆ। ਮੈਂ ਤਾਂ ਗਰੀਬ ਬੰਦਾ, ਮੈਂ ਕੀ ਚੜਾ ਸਕਦਾ। ਗੱਲ ਹੋ ਰਹੀ ਤੁਸੀਂ ਕਹਿੰਦੇ ਵੀ ਹਰੇ ਨਹੀਂ, ਆਪਦੀ ਸਰਕਾਰ 'ਚ ਹੀ ਹਰੇ ਵੇ, ਆਪਦੀ ਸਰਕਾਰ 'ਚ ਹੀ ਹਰਿਆ। ਥਾਂ ਕਬਜ਼ੇ ਸੀ ਉਹਨਾਂ ਦੇ ਉਸ ਟਾਈਮ, ਤੇ ਉਹ ਤਾਂ ਸੌਖਾ ਹੀ ਐਤਕੀ ਤਾਂ। ਹਾਂਜੀ, ਜਿਹੜੀ ਗੱਲ ਚੋਣਾਂ ਦੀ ਨਾ ਹਾਰਨ ਦੀ, ਕਿਉਂਕਿ ਪਾਵਰ ਵਿੱਚ ਸਨ। ਇਸ ਹਲਕੇ 'ਚੋਂ 9 ਤਾਂ ਉਹਨਾਂ ਦੇ ਸਟੇਟ ਦੇ ਚੇਅਰਮੈਨ ਸਨ ਜਿਹੜੇ ਉਹਨਾਂ ਨੇ ਬਣਾਏ ਸੀ। ਤੇਜਿੰਦਰ ਸਿੰਘ ਮਿੱਡੂ ਖੇੜਾ, ਨਿਸ਼ਾਨ ਸਿੰਘ ਮਣੀਆਂ ਵਾਲਾ, ਇਹ ਚੰਨੂ ਦਾ ਬਿੱਕਰ ਸਿੰਘ ਸੀ, ਬਾਬੂ ਸਿੰਘ ਪੰਜਾਬੇ ਦਾ। ਮੈਂ ਪੁੱਛਦਾ ਵੀ ਇਸ ਇਲਾਕੇ 'ਚ ਤਾਂ ਬਹੁਤ ਗੜ੍ਹ ਹੈ ਬਾਦਲਾਂ ਦਾ। 4 OSD ਸੀ, 13 ਕਾਰਾਂ ਜਿਹੜੀਆਂ ਪੱਪੀ ਤਰਮਾਲਾ, ਕਾਕਾ ਭਾਈ ਕੇਰਾ, ਦਿਆਲ ਸਿੰਘ ਕੋਲਿਆਂ ਵਾਲਾ, ਇਹ ਸਾਰੇ ਚੇਅਰਮੈਨ ਬਣਾਏ ਹੋਏ ਸੀ। ਤੇ ਕੀ ਸਰਪੰਚ ਸਾਹਿਬ ਸੀਗੇ ਭੁੱਲਰ ਵਾਲੇ, ਇਕਬਾਲ ਸਿੰਘ ਵੀ ਚੇਅਰਮੈਨ ਸੀ। 4 OSD ਸੀ, 13 ਕਾਰਾਂ ਲਾਈਟ ਵਾਲੀਆਂ ਇੱਥੇ ਤੁਰੀਆਂ ਫਿਰਦੀਆਂ ਸੀ, ਤਾਂ 5-7-10 ਹਜ਼ਾਰ ਦੀ ਲੀਡ ਹੁੰਦੀ ਸੀ। ਅੱਜ ਦਾ ਕੋਈ ਉਹ ਗੱਲ ਨਹੀਂ। ਪੈਸਾ ਸਰਕਾਰੀ ਬਹੁਤ ਵਰਤਦੇ ਸੀ। ਸਰਕਾਰੀ ਦਬਾਅ ਜਿਹੜਾ ਮੁਲਾਜ਼ਮ ਹੁੰਦਾ ਉਹਨਾਂ ਦੇ ਘਰਾਂ 'ਚ ਜਾ ਕੇ ਵੀ ਤੇਰੀ ਬਦਲੀ ਦੂਰ ਕਰਾ ਦਿਆਂਗੇ, ਉਹ ਆਪਦੇ ਘਰਦਿਆਂ ਨੂੰ ਕਹਿੰਦਾ ਮੈਨੂੰ ਕਿਉਂ ਦੂਰ ਭੇਜਦੇ ਆ, ਚਾਚੇ ਤਾਇਆਂ ਤੋਂ ਵੋਟਾਂ। ਉਹ ਗੱਲਾਂ ਹੁਣ ਨਹੀਂ ਰਹੀਆਂ। ਹੁਣ ਲੋਕ ਆਜ਼ਾਦ ਹੋ ਗਏ, ਆਜ਼ਾਦੀ ਦੀ ਲੜਾਈ ਲੜ ਰਹੇ ਤੇ ਆਜ਼ਾਦ ਹੋ ਜਾਣਗੇ 10 ਤਰੀਕ ਤੱਕ। ਸ਼ਰਾਫਤ ਤੇ ਰਹੋਗੇ ਜਿੱਤ ਕੇ ਤਾਂ। ਇਹ ਪ੍ਰਮਾਤਮਾ ਇਸੇ ਤਰ੍ਹਾਂ ਰੱਖੇ। ਮੈਂ ਆਪਣੇ ਬਾਪ ਦੀ ਤਸਵੀਰ ਨੂੰ ਵੇਖ ਕੇ ਵੀ ਉਹਨਾਂ ਦਾ ਬਹੁਤ ਵੱਡਾ ਨਾਂ ਸ਼ਰਾਫਤ ਕਰਕੇ ਹੈ, ਤੇ ਮੇਰਾ ਸਾਡੇ ਪਰਿਵਾਰ ਦਾ ਫਰਜ਼ ਹੈ ਕਿ ਅਸੀਂ ਹਮੇਸ਼ਾ ਉਸ ਤਰ੍ਹਾਂ ਨੀਵੇਂ ਹੋ ਕੇ ਰਹੀਏ। ਕੀ ਮੰਨਣਗੇ ਲੋਕ ਵੀ ਲੰਬੀ ਦੇ ਵਿੱਚ ਗੁਰਮੀਤ ਖੁੱਡੀਆਂ ਨੇ ਆਹ ਚੀਜ਼ ਵੱਡਾ ਪ੍ਰੋਜੈਕਟ ਲਿਆਂਦਾ ਜਿਹਦੇ ਲਈ ਸਾਰੀ ਉਮਰ ਯਾਦ ਰੱਖੇ? ਉਹ ਸਮਾਂ ਆਉਣ ਤੇ ਹੈ। ਅਜੇ ਤੱਕ ਜਿਹੜਾ ਇਹਨਾਂ ਨੇ ਦਿਵਾਲਾ ਕੱਢਿਆ, ਪਹਿਲਾਂ ਤਾਂ ਉਹਨੂੰ ਸੰਭਾਲਣ ਦੀ ਲੋੜ ਹੈ। 3 ਲੱਖ ਕਰੋੜ ਦਾ ਕਰਜ਼ਾਈ ਹੈ ਪੰਜਾਬ। ਪਰ ਜਿਹੜੀਆਂ ਪਹਿਲ ਦੇ ਆਧਾਰ 'ਤੇ, ਜਿਵੇਂ ਬਹੁਤ ਨਸ਼ੇ ਦਾ ਵਪਾਰ ਜ਼ਿਆਦਾ ਹੋ ਗਿਆ, ਸਾਨੂੰ ਆਪਣੇ ਬੱਚਿਆਂ ਦੀ ਰਾਖੀ ਕਰਨ ਵਾਸਤੇ ਇਹਦੇ ਵਾਸਤੇ ਅੱਗੇ ਲੱਗ ਕੇ ਪਹਿਲ ਦੇ ਆਧਾਰ 'ਤੇ ਇਹਨੂੰ। ਦੂਜਾ ਜਿਹੜੀ ਸਕੂਲਾਂ ਦੀ ਆ ਬਚਪਨਾ ਨਿੱਕਾ ਇਹ ਰੋਲ ਚੱਲਿਆ। ਸਾਡੇ ਜੇ ਸਕੂਲ ਚੰਗੇ ਕਰ ਦਿੱਤੇ ਜਾਣ ਤਾਂ ਉਹ ਬੱਚਿਆਂ ਦੀ ਪੜ੍ਹਾਈ ਬਹੁਤ ਅੱਜ ਦੀ ਜ਼ਰੂਰਤ ਹੈ। ਤੀਜਾ ਨੇਤਰ ਕਿਹਾ ਜਾਂਦਾ। ਉਸ ਤੋਂ ਗਾਂ ਤੰਦਰੁਸਤੀ ਵੀ ਹਰ ਇੱਕ ਬੰਦਾ ਪਾਲਦਾ। ਇਹਨਾਂ ਜਿਹੜੇ ਹਸਪਤਾਲ ਹੈਗੇ ਉਹਨਾਂ ਵਿੱਚ ਡਾਕਟਰਾਂ ਦੀ ਲੋੜ ਅਨੁਸਾਰ ਜਾਂ ਕੋਈ ਹੋਰ ਜਿਹੜਾ ਸਾਜੋ ਸਮਾਨ ਆ ਮਸ਼ੀਨਰੀ ਲਿਆ ਕੇ ਇਵੇਂ ਜਿਵੇਂ ਕੋਈ ਕੰਮ ਆਈ ਜਾਊ, ਫਿਰ ਆਖਰ ਆ ਕੇ ਜਦੋਂ ਕੋਈ ਥੋੜ੍ਹਾ ਠੀਕ ਹੋਏ, ਕੋਈ ਜਿਹੜੀ ਲੋੜ ਸਮਝਦੇ ਵੀ ਇੱਥੇ ਕੋਈ ਚੰਗਾ ਵਧੀਆ ਇੰਡਸਟਰੀ ਹੋਵੇ ਜਿੱਥੇ ਲੋਕ ਥੋੜ੍ਹਾ ਆਪਣਾ ਰੁਜ਼ਗਾਰ ਵੀ ਕਰ ਸਕਣ, ਸਾਡੇ ਬੱਚੇ ਛੋਟੀ ਪੋਸਟ ਤੋਂ ਲੈ ਕੇ ਵੱਡੀ ਤੱਕ ਉਹਦੇ ਵਿੱਚ ਸ਼ਾਮਲ ਹੋ ਸਕਣ, ਜ਼ਰੂਰਤ ਹੈ, ਕਰਾਂਗੇ। ਅੱਛਾ, ਆਖਰੀ ਸਵਾਲ ਹੈ ਜੀ, ਤੁਸੀਂ ਸ਼ਾਮਲ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਟਿਕਟ ਦਾ ਸੌਦਾ ਕੀਤਾ ਸੀ? ਸੌਦਾ ਨਾ ਕਹੋ, ਚਲੋ ਟਿਕਟ ਦਾ ਵਾਅਦਾ ਕਰਵਾਇਆ ਸੀ ਕਿ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਤੁਹਾਡੀ ਕਾਬਲੀਅਤ ਦੇਖ ਕੇ ਦਿੱਤੀ? ਇਹ ਮੈਂ ਸੁਣਿਆ ਸੀ ਇੱਕ ਦਿਨ ਹਰਸਿਮਰਤ ਵੀ ਕਹਿੰਦੀ ਸੀ ਵੀ ਟਿਕਟਾਂ ਵਿਕਦੀਆਂ। ਮੈਂ ਕਿਹਾ ਮੇਰੀ ਤੇ ਦੱਸ ਕਿੰਨੇ ਪੈਸੇ ਦਿੱਤੇ ਆ, ਤੂੰ ਕਮਜ਼ੋਰ ਕੈਂਡੀਡੇਟ ਹੀ ਲਿਆਂਦਾ ਹੋਣਾ, ਮੇਰੇ ਕੋਲੇ ਤਾਂ ਕੁਛ ਹੈ ਨਹੀਂ। ਦੂਜੀ ਗੱਲ ਹੈ ਵੀ ਸੌਦੇ ਕਰਨ ਵਾਲਾ ਨਹੀਂ ਮੈਂ। ਸੌਦੇ ਤਾਂ ਇਹ ਪਰਿਵਾਰ ਵੀ ਚਾਹੁੰਦਾ ਸੀ ਕਰ ਲਾ, ਕਾਂਗਰਸ ਵਾਲਿਆਂ ਨਾਲ ਵੀ ਕਰ। ਕੈਪਟਨ ਅਮਰਿੰਦਰ ਸਿੰਘ ਆਏ ਸੀ, ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਮੈਨੂੰ ਬਾਅਦ ਵਿੱਚ ਕੀ ਦਿਓਗੇ, ਮੈਂ ਕਿਹਾ ਤੁਸੀਂ ਲੜ ਲਓ ਕੋਈ। ਮੈਂ ਕੇਜਰੀਵਾਲ ਜੀ ਹੋਰਾਂ ਨਾਲ ਮੀਟਿੰਗ ਹੋਈ ਹੈ, ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਵੀ ਕਿੱਥੋਂ ਲੜਨਾ। ਸੌਖਾ ਲੱਗਦਾ ਉਹ ਵੀ ਗੱਲ ਮੇਰੇ ਵਾਸਤੇ, ਗਿੱਦੜਵਾ ਵੀ ਇਹਦੋਂ ਸ਼ਾਇਦ ਸੌਖਾ ਸੀ। ਇਸ ਤੋਂ ਮੌੜਾ ਹਲਕੇ ਦੀ ਵੀ ਗੱਲ ਚੱਲੀ ਸੀ। ਮੈਂ ਕਿਹਾ ਨਹੀਂ ਜੀ, ਮੈਨੂੰ 30 ਸਾਲ ਹੋ ਗਏ, ਮੈਨੂੰ ਲੰਬੀ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ, ਮੈਂ ਉਹਨਾਂ ਦਾ ਹੌਸਲਾ ਨਹੀਂ ਤੋੜਦਾ। ਮੈਂ ਇੱਥੋਂ ਭੱਜ ਜਾ ਤੇ ਲੋਕ ਮੈਨੂੰ ਕਮਜ਼ੋਰ ਕਹਿਣਗੇ, ਮੇਰਾ MLA ਬਣਨ ਦਾ ਮਤਲਬ ਨਹੀਂ ਰਹਿੰਦਾ। ਮੈਂ ਤਾਂ ਆਪਦੇ ਹਲਕੇ 'ਚ ਲੜੂੰ। ਇਹ ਲੋਕਾਂ ਦੀ ਮਰਜ਼ੀ ਹੈ, ਮੈਨੂੰ ਜਿਤਾਉਂਦੇ ਹੈ ਨਹੀਂ ਜਿਤਾਉਂਦੇ। ਅੱਛਾ, ਲੋਕ ਕਹਿ ਦਿੰਦੇ ਵੀ ਕੇਜਰੀਵਾਲ ਫੈਸਲੇ ਦਿੱਲੀ ਤੋਂ ਕਰੂਗਾ ਤੇ ਪੰਜਾਬ ਦੇ ਜਿਹੜੇ ਸਰਦਾਰ ਨੇ, ਖਾਸ ਕਰਕੇ ਪੱਗਾਂ ਬੰਨ੍ਹਦੇ ਨੇ, ਉਹ ਪੰਜਾਬ ਦੀ ਗੱਲ ਕਰ ਲਿਆ ਕਰਨਗੇ, ਕੇਜਰੀਵਾਲ ਨੂੰ ਜਵਾਬ ਦੇ ਦਿਆ ਕਰਨਗੇ ਵੀ ਨਹੀਂ ਸਾਡੀ ਗੱਲ ਕਰੋ ਪੰਜਾਬ ਦੀ, ਕਹਿੰਦੇ ਫੈਸਲੇ ਦਿੱਲੀ ਤੋਂ ਹੋਇਆ। ਇਹ ਕੌਣ ਕਹਿੰਦਾ ਇਹ ਤਾਂ ਦੱਸੋ। ਕਹਿੰਦੇ ਤਾਂ ਵਿਰੋਧੀ ਹੈ, ਖੈਰ ਗੱਲ ਦੇ ਵਿੱਚ ਕਿਤੇ ਨਾ ਕਿਤੇ ਦਮ ਤਾਂ ਹੈ। ਵਿਰੋਧੀ ਜਿਹੜੇ ਆਹ ਪੱਗਾਂ ਬੰਨ੍ਹਦੇ ਆ, ਜਿਹੜੇ ਜਥੇਦਾਰ ਰਖਾਉਂਦੇ ਆ, ਇਹ ਸਾਰੇ ਦਿੱਲੀੋਂ ਹੁਕਮ ਲੈਂਦੇ ਆ, ਦਿੱਲੀ ਵਾਲਿਆਂ ਦੇ ਅਧੀਨ ਹੈ। ਇਹ ਤਾਂ ਗੁਰਦੁਆਰਿਆਂ 'ਚ ਉਹਨਾਂ ਦੀ ਘੁਸਪੈਠ ਕਰਾਈ ਬੈਠੇ ਆ। ਇਹਨਾਂ ਦਾ ਜਿਹੜੀ ਇਲਾਕੇ ਦੀ ਗੱਲ ਹੈ, ਪੱਗ ਦੀ ਗੱਲ, ਅਸੀਂ ਆਪਦੀ ਪੱਗ ਆਪ ਸੰਭਾਲਣੀ ਹੈ, ਕਿਸੇ ਨੂੰ ਨਹੀਂ ਫੜਾਉਣੀ। ਇਹਨਾਂ ਜਿੰਨੇ ਕਮਜ਼ੋਰ ਨਹੀਂ ਜਿਹੜੇ ਉੱਥੇ ਦਿੱਲੀ ਜਾ ਕੇ BJP ਵਾਲਿਆਂ ਕੋਲੇ ਵਿਕਦੇ ਰਹੇ ਆ। ਜੇ ਇੰਨੀ ਹਿੰਮਤ ਹੁੰਦੀ ਤਾਂ ਚੰਡੀਗੜ੍ਹ ਵੀ ਲੈ ਸਕਦੇ ਸੀ, ਪੰਜਾਬ ਨੂੰ ਰਾਜਧਾਨੀ ਬਣਾ ਸਕਦੇ ਸੀ, ਨਹੀਂ ਕਰ ਸਕੇ। ਅਸੀਂ
ਆਪਦੀ ਜਿਹੜੀ ਸਿਆਸਤ ਹੈ ਉਹ ਗੱਲ ਵੱਖਰੀ ਹੈ, ਅਣਖ ਸਾਡੀ ਵੱਖਰੀ ਹੈ। ਇਸ ਪਿੰਡ ਦਾ ਕੋਈ ਬੰਦਾ ਹੈਗਾ ਜੀ ਇੱਥੇ? ਅੱਛਾ, ਇਸ ਪਿੰਡ 'ਚ ਗੁਰਦੁਆਰੇ ਕਿੰਨੇ ਆ ਜੀ? 2 ਜੀ। ਆ ਦੇਖੋ ਜੀ, ਪਿੰਡ ਦੇ ਵਿੱਚ 2 ਗੁਰਦੁਆਰੇ ਆ। ਤੁਸੀਂ ਜਥੇਦਾਰ ਖੁੱਡੀਆਂ ਕਹਾਉਂਦੇ ਹੋ, ਜਥੇਦਾਰ ਹੋਣ ਦੇ ਨਾਂ ਤੇ ਜਿਹੜੇ ਪਿੰਡ ਆ ਤੁਹਾਡੇ ਇਲਾਕੇ 'ਚ ਪਿੰਡ ਆਉਣਗੇ ਜੇ 2 ਗੁਰਦੁਆਰੇ ਤੇ ਸਾਡੀ ਸਿੱਖ ਕੌਮ ਵਾਸਤੇ ਬਹੁਤ ਵੱਡੀ ਗੱਲ ਆ ਵੀ ਕਾਂਗਰਸੀ ਉੱਧਰ ਜਾਣਗੇ, ਅਕਾਲੀ ਉੱਧਰ ਜਾਣਗੇ, ਮਜ਼੍ਹਬੀ ਸਿੱਖ ਉੱਧਰ ਜਾਣਗੇ, ਜੱਟ ਉੱਧਰ ਜਾਣਗੇ। ਇਸ ਪਿੰਡ 'ਚ ਨਹੀਂ ਤਾਂ ਹੋਰ ਪਿੰਡਾਂ 'ਚ ਹੈਗਾ। ਇੱਕ ਮਿੰਟ ਮੈਂ ਇਸ ਗੱਲ ਦਾ ਜਵਾਬ, ਇਹਦੇ ਵਿੱਚ ਮੈਂ ਜਥੇਦਾਰ, ਮੇਰੇ ਬਾਪ ਨੂੰ ਜਥੇਦਾਰ ਕਹਿੰਦੇ ਸੀ, ਮੈਨੂੰ ਜਥੇਦਾਰ ਕਹਿੰਦੇ ਆ, ਉਹ ਵਿਰਾਸਤ ਬਣ ਜਾਂਦੀ ਉਸ ਤਰ੍ਹਾਂ ਦੀ। ਪਰ ਸਾਡਾ 2 ਪਿੰਡ ਆ, ਖੁੱਡੀਆਂ ਗੁਲਾਬ ਸਿੰਘ ਤੇ ਖੁੱਡੀਆਂ ਮਾਨ ਸਿੰਘ, ਸਾਡਾ ਇੱਕੋ ਗੁਰਦੁਆਰਾ ਹੈ। ਇਹ ਲੋਕਾਂ ਦੀ ਹੈ, ਕੋਈ ਪੱਤੀਵਾਜ਼ ਬਣਾ ਲੈਂਦੇ ਆ, ਪਰ ਇਹ ਧਰਮ ਸਥਾਨ ਸਾਰਿਆਂ ਦਾ ਸਾਂਝਾ ਹੁੰਦਾ ਹੈ, ਨਾ ਕਿਸੇ ਪੱਤੀ ਦਾ। ਇਹਨਾਂ ਨੇ ਜਿੱਦ ਨਾਲ ਬਣਾਏ ਹੋਏ ਆ ਵੀ ਤੁਸੀਂ ਉੱਥੇ ਨਹੀਂ ਜਾਣਾ, ਉੱਥੇ ਜਾਣਾ। ਉਹਨਾਂ ਪਿੰਡਾਂ ਬਾਰੇ ਕੀ ਹੈ? ਉਹ ਪਿੰਡ ਦੱਸ ਸਕਦੇ ਆ, ਮੈਂ ਤਾਂ ਜਿੱਥੇ ਵੀ ਹੈ ਮੈਂ ਤਾਂ ਨਮਸਕਾਰ ਕਰ ਸਕਦਾ, ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ, ਕੋਈ ਕਿਵੇਂ ਵੀ ਬਣਾ। ਬਹੁਤ ਸ਼ੁਕਰੀਆ ਜੀ, ਤੁਹਾਡੀ ਸ਼ਰਾਫਤ ਨੂੰ ਜੇ ਦੇਖੀਏ ਤੇ ਸੱਚਮੁੱਚ ਜੇ ਤੁਸੀਂ ਇੰਨੇ ਸ਼ਰੀਫ ਹੈ ਤਾਂ ਪ੍ਰਮਾਤਮਾ ਨੂੰ ਪਾਵਰ ਬਖਸ਼ਣੀ ਚਾਹੀਦੀ, ਕਿਉਂਕਿ ਸ਼ਰੀਫ ਲੋਕਾਂ ਦੀ ਲੋੜ ਹੈ। ਕਿਵੇਂ ਜੀ ਹੈਗੇ ਆ ਸ਼ਰਾਫਤ ਇਹਨਾਂ ਦੇ ਵਿੱਚ ਵਿਚਰਦੇ? ਮੇਰੀ ਗੱਲ, ਅਸੀਂ ਦਿਹਾੜੀ ਵਾਲੇ ਬੰਦੇ ਆ ਜੀ। ਆਹ ਵੇਖ ਲਓ ਬੂਟਾਂ ਦੇ ਵਿੱਚ ਮਿੱਟੀ ਪਈ ਹੈ, ਦਿਹਾੜੀ ਕਰਕੇ ਅਸੀਂ ਆਏ ਠੇਕੇਦਾਰ ਦੇ, ਅਸੀਂ ਇਹਦੇ ਮਗਰ ਲਾਵਾਂਗੇ ਜਿੰਨਾ ਵੀ ਲੱਗਿਆ ਹੋਇਆ, ਦਿਹਾੜੀ ਕਰਕੇ ਵੀ ਲਾਵਾਂਗੇ। ਚੋਰ ਕਰਕੇ ਲਾਵਾਂਗੇ ਅਸੀਂ ਪੂਰਾ। ਅਸੀਂ ਦਿਹਾੜੀ ਛੱਡ ਕੇ ਆਏ ਜੀ, ਅੱਜ 5 ਬੰਦੇ ਕੋਈ 6 10 ਬੰਦੇ ਲੱਗੇ ਹੋਈ ਠੇਕੇਦਾਰ ਕਿਧਰਵਾ, ਉੱਥੋਂ ਛੱਡ ਕੇ 5 ਵਜੇ ਆਏ ਆ। ਇਹਨਾਂ ਦੇ ਨਾਲ ਸਾਡੀ ਚੁਆਇਸ ਇਹੀ ਹੈ ਕਿ ਸਾਡੇ ਵੱਡੇ ਵੀਰ ਖਾਲਸਾ ਜੀ ਜਿੱਤ ਕੇ ਜਾਣ ਤੇ ਸਾਡੇ ਪੂਰੇ ਕੰਮ ਹੋਣਗੇ। ਤੁਹਾਡੇ ਵਾਲੇ ਉਧਰੋਂ ਚਿੱਟੇ ਸਕਾਟ ਤੇ ਵੀ ਪੁਰਾਣੇ ਤੇ ਉਹਨਾਂ ਨੇ 75 ਮਾਡਲ ਤੇ ਕੱਪੜਾ ਚਿੱਟੇ ਸਕਾਟ ਤੇ ਕੱਪੜੇ ਦੇ ਪੁਰਾਣੇ ਤੇ ਕੱਚਾ ਕੱਪੜਾ ਮਾਰ ਲਿਆ ਉਹਨਾਂ ਨੇ, ਕਹਿੰਦੇ ਸਾਫ਼ ਕਰ ਲਿਆ। ਉਧਰੋਂ ਉਹ ਵੀ ਕਹਿੰਦੇ ਚਿੱਟਾ ਸਕਾਟ ਵੀ ਕਈ ਵਾਰੀ ਸਲਿੱਪ ਕਢਾ ਦਿੰਦੇ। ਸਾਨੂੰ ਤਾਂ ਜੀ ਕੱਪੜੇ ਚਿੱਟੇ ਨਾਲ ਕੋਈ ਮਤਲਬ ਨਹੀਂ, ਸਾਨੂੰ ਸ਼ਰੀਫ ਬੰਦਾ ਮਿਲਿਆ, ਅਸੀਂ ਇਹਨਾਂ ਨੂੰ ਜਿਤਾਵਾਂਗੇ। ਚਿੱਟੇ ਸਕਾਟ ਦੇ 3 ਗੇਰ ਆਉਂਦੇ ਸੀਗੇ ਜੀ, ਚਿੱਟੇ ਸਕਾਟ ਦੇ 3 ਗੇਰ ਆਉਂਦੇ ਸੀ ਜੀ, ਤੇ 3 ਗੇਰ ਹੀ ਰਹਿਣਗੇ, ਚੌਥਾ ਗੇਰ ਨਹੀਂ ਲੱਗਣਾ ਜੀ। ਦੂਜੀ ਗੱਲ ਜੀ, ਇਹ ਪਰਿਵਾਰ ਸ਼ਰੀਫ ਹੈ, ਸਦਾ ਸ਼ਰੀਫ ਪਰਿਵਾਰ ਹੀ ਰਹਿਣਾ ਜੀ ਇਹਨਾਂ ਨੇ। ਅਸੀਂ ਵਿਸ਼ਵਾਸ ਦਿਵਾਉਣੇ ਆ ਜੀ, ਇਸ ਵਾਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਇੱਥੋਂ ਜਿੱਤਣਗੇ। ਇੱਕ ਗੱਲ ਹੋਰ ਸੁਣੋ, ਪਰ ਚਿਹਰਾ ਬਹੁਤ ਵੱਡਾ ਬਾਦਲ ਅਗਲੇ ਪਾਸੇ। ਸਰ 26 ਸਾਲ ਕੋਈ ਡਰ ਨਹੀਂ ਸਾਨੂੰ, ਕੋਈ ਡਰ ਨਹੀਂ। 26 ਸਾਲ ਮੈਂ ਬਾਦਲ ਪਰਿਵਾਰ ਨਾਲ ਗੁਜ਼ਾਰੇ ਆ ਜੀ, 26 ਸਾਲ ਜ਼ਿੰਦਗੀ ਦੇ। ਫੋਰਚੂਨਰ ਕਿੱਥੇ ਵਰਤਰੀ ਸਰ ਆਹੀ ਤਾਂ ਗੱਲ ਹੈ, ਫੋਰਚੂਨਰਾਂ ਤਾਂ ਰਹਿ ਗਈਆਂ ਮਿੱਟੂ ਖੇੜੇ ਉਹਨਾਂ ਕੋਲੇ, ਸਾਡੇ ਕੋਲੇ ਕੀ ਹੈ ਜੀ? ਇਹਦਾ ਪਬਲਿਕ ਨੇ ਵੋਟਾਂ ਪਾਉਣੀਆਂ ਜਨਤਾ ਨਾਲ ਹੈ। ਅਸੀਂ ਖੁੱਡੀਆਂ ਸਾਹਿਬ ਨੂੰ ਬਿਲਕੁਲ ਹੀ ਹੌਸਲਾ ਦਿੰਦੇ, ਬਿਲਕੁਲ ਜਿਤਾਵਾਂਗੇ, ਚੜ੍ਹਦੀ ਕਲਾ ਰੱਖਿਆ ਜੀ। ਸੋ ਦੇਖੋ, ਇਹ ਗੁਰਮੀਤ ਸਿੰਘ ਖੁੱਡੀਆਂ ਪਿੰਡ ਚੰਨੋ ਦੇ ਵਿੱਚ ਆਏ ਸੀ ਗੁਰਮੀਤ ਖੁੱਡੀਆਂ, ਔਰ ਇਹਨਾਂ ਦਾ ਕਹਿਣਾ ਕਿ ਇੱਥੋਂ ਖੁੱਡੀਆਂ ਦੇ ਵਿੱਚ ਖੁੱਡੀਆਂ ਪਰਿਵਾਰ ਨੂੰ, ਜਥੇਦਾਰ ਪਰਿਵਾਰ ਬਹੁਤ ਸ਼ਰੀਫ ਨੇ, ਇਹ ਅੱਜ ਐਤਕੀ ਬਾਦਲਾਂ ਨੂੰ ਹਰਾਉਣਗੇ। ਕੈਮਰਾਮੈਨ ਦੀਪਕ ਦੇ ਨਾਮ ਗੁਰਪਾਲ ਸਿੰਘ ਬਰਾੜ, ਸਕਰੋਲ ਪੰਜਾਬ, ਲੰਬੀ।